ਮਾਂ ਨੂੰ ਤਾਂ ਭਲਾ ਮੇਰਾ ਵੀ ਭਰਾ, ਸਾਨੂੰ ਦੁੱਖ ਤਾਂ ਹੈ ਵੀ ਬੱਚਾ ਸਾਡਾ ਜੇ ਕਿਵੇਂ ਹੈ, ਰੋਟੀ ਕਿਵੇਂ ਵਿਚਾਰਾ ਬੈਠੇ ਹੈ, ਕੁਛ ਵੀ ਹੈ, ਪਰ ਅੱਜ ਉਹਨਾਂ ਨੇ ਸਾਡੇ ਮੋਹਾਲੀ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਦੋਹਾਂ ਨੇ। ਤੇ ਜਿਹੜਾ ਨਵਜੋਤ ਸਿੰਘ ਦੇ ਘਰ ਪਹੁੰਚੇ ਹੋਏ ਆ, ਗੱਲਬਾਤ ਕਰਦੇ ਆ ਕਿ ਨੌਜਵਾਨ ਕਿੰਨੇ ਦਿਨਾਂ ਤੋਂ ਗਿਆ ਹੋਇਆ ਸੀ, ਕਦੋਂ ਇਹਨਾਂ ਦੀ ਗੱਲਬਾਤ ਹੋਈ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਉੱਥੇ ਉਹਦੇ ਨਾਲ ਕੀ ਵਾਪਰਿਆ ਹੈ। ਆਪਣੇ ਫੁੱਫੜ ਜੀ ਨਾਲ ਕੰਬਾਈਨ ਤੇ ਜਾਂਦਾ ਸੀ, ਕੰਬਾਈਨ ਡਰਾਈਵਰ ਹੈ, ਕੰਬਾਈਨ ਚਲਾਉਂਦਾ ਸੀਗਾ, ਉਹ ਆਪਣਾ ਇੱਧਰ ਐਮਪੀ ਕੀ ਨਹੀਂ ਕੰਬਾਈਨ ਚਲਾਉਂਦਾ ਸੀਗਾ ਉਹ। ਉਹਨਾਂ ਨੇ ਤੁਹਾਡੀ ਗੱਲਬਾਤ ਕਰਵਾਈ ਜਾਂ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ? ਕੱਲ ਨੰਬਰ ਦਿੱਤਾ ਸੀਗਾ ਉਹਨਾਂ ਨੇ ਮੈਨੂੰ, ਇੱਕ ਵੀ ਜੋ ਵੀ ਮਤਲਬ ਕਾਗਜ਼ ਪੱਤਰ ਸੀਗੇ ਇਹਨਾਂ ਦੇ ਪ੍ਰੂਫ ਭੇਜਣੇ ਸੀਗੇ, ਮੈਂ ਉਹ ਭੇਜ ਦਿੱਤੇ ਤੇ ਫੋਟੋਆਂ ਭੇਜ ਦਿੱਤੀਆਂ ਸੀਗੀਆਂ ਉਹਨਾਂ ਨੂੰ। ਪਿੰਡ ਪੱਧਰ ਤੋਂ ਸਾਰੇ ਟਰਾਲੀਆਂ ਚਲੇ ਜਾਂਦੀਆਂ, ਆ ਜਾਂਦੀਆਂ, ਡਿਊਟੀ ਬਾਈ ਡਿਊਟੀ ਚੱਲੀ ਜਾਂਦੀ ਹੈ। ਇਹ 23-24 ਤਰੀਕ ਦੇ ਗਏ ਵੇ ਲਗਭਗ, ਇਹ 26 ਤੋਂ ਬਾਅਦ ਅਰੈਸਟ ਕੀਤੇ ਹੈ। ਇਹ ਮਤਲਬ ਬਹੁਤ ਹੀ ਨਿੰਦਣਯੋਗ ਗੱਲ ਹੈ ਜੋ ਵੀ ਦਿੱਲੀ ਸਰਕਾਰ ਨੇ ਕਰੀ ਹੈ। ਹੋਰ ਵੀ ਕਾਫੀ ਕਿਸਾਨ ਫੜੇ ਗਏ ਹੈ ਤੇ ਉਹਦੇ ਦੌਰਾਨ ਉਹਨਾਂ ਨੇ ਇਹਨੂੰ ਜੇਲ੍ਹ 'ਚ ਭੇਜਿਆ ਗਿਆ ਇਹਨਾਂ ਨੂੰ। ਉਹ ਤੋਂ ਬਾਅਦ 30 ਤਰੀਕ ਨਾਲ ਤੇ ਪਰਚਾ ਪਾਇਆ ਗਿਆ, ਠੀਕ ਹੈ ਨਾ, ਪਤਾ ਨਹੀਂ ਕਿੰਨੇ ਦਿਨ ਇਹਨਾਂ ਨੂੰ ਹਿਰਾਸਤ 'ਚ ਰੱਖਿਆ। ਤੇ ਅਸੀਂ ਸਰਕਾਰ ਨੂੰ ਔਰ ਕਿਸਾਨ ਜਥੇਬੰਦੀਆਂ ਨੂੰ ਇਹੀ ਬੇਨਤੀ ਕਰਦੇ ਹੱਥ ਬੰਨ੍ਹ ਕੇ ਵੀ ਇਹਨਾਂ ਨੂੰ ਸਾਡੇ ਬੱਚਿਆਂ ਨੂੰ ਘਰ ਭੇਜਿਆ ਜਾਵੇ। ਤੁਹਾਡਾ ਬੇਟਾ ਉੱਥੇ ਅਰੈਸਟ ਹੋ ਜਾਂਦਾ ਹੈ, ਕਿੱਦਾਂ ਲੱਗਦਾ ਹੈ ਵੀ ਇੱਕ ਪੁਲਿਸ ਪ੍ਰਸ਼ਾਸਨ ਵੱਲੋਂ ਕਿਹੋ ਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ? क्या करें, मैं क्या कोई समझ नहीं लगती। ਮਾਤਾ ਦਾ ਜਿਹੜਾ ਦਿਲ ਹੈ, ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਉਹ ਕੋਈ ਵੀ ਗੱਲ ਕਰਨ ਨੂੰ ਅਜੇ ਤਿਆਰ ਨਹੀਂ, ਉਹ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਦੋਂ ਤੱਕ ਜਿਹੜਾ ਉਹਨਾਂ ਦਾ ਬੱਚਾ ਹੈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਉਂਦੀ ਹੈਗੀ, ਉਦੋਂ ਤੱਕ ਉਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਮੈਂ ਕੋਈ ਗੱਲ ਕਰ ਨਹੀਂ ਸਕਦੀ। ਦੇਖੋ ਗਲਤ ਬੱਚਿਆਂ ਨੇ ਕੋਈ ਨਹੀਂ ਗਿਆ, ਕਿਸਾਨ ਅੰਦੋਲਨ 'ਚ ਗਏ, ਆਪਣੇ ਸੰਘਰਸ਼ ਵਾਸਤੇ ਗਏ, ਆਪਣੀ ਮਤਲਬ ਹੱਕਾਂ ਵਾਸਤੇ ਗਏ ਹੈ। ਬਾਕੀ ਸਾਡੀ ਗੌਰਮੈਂਟ ਨੂੰ ਇਹੀ ਬੇਨਤੀ ਹੈ ਵੀ ਇਹਨੂੰ ਛੇਤੀ ਨਿਪਟਾਇਆ ਜਾਵੇ ਕੇਸ ਨੂੰ, ਤੇ ਸਾਡੇ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਗੱਲ ਕਰੀ ਜਾਵੇ, ਉੱਥੋਂ ਬਾਅਦ ਜਿਹੜੇ 3 ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰਿਆ ਜਾਵੇ, ਠੀਕ ਹੈ, ਤਾਂ ਕਿ ਜੋ ਸਾਡੇ ਲੋਕ ਉੱਥੇ ਬੈਠੇ ਆ ਉਸ ਨੂੰ ਆਪਣੇ ਘਰਾਂ ਨੂੰ ਵਾਪਸ ਆਉਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ KTV UK ਤੇ ਅਸੀਂ ਪਹੁੰਚੇ ਹੋਏ ਹਾਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਵਿੱਚ, ਜਿੱਥੋਂ ਦਾ ਇੱਕ ਨੌਜਵਾਨ ਦਿੱਲੀ ਮੋਰਚੇ ਦੇ ਵਿੱਚ, ਕਿਸਾਨ ਮੋਰਚੇ ਵਿੱਚ ਗਿਆ ਸੀਗਾ, ਸਿੰਘੂ ਬਾਰਡਰ ਦੇ ਉੱਪਰ ਤੇ ਕੁੰਡਲੀ ਬਾਰਡਰ ਦੇ ਉੱਪਰ, ਉੱਥੇ ਜਿੱਥੇ 2 ਸਟੇਜ ਲੱਗੀਆਂ ਹੋਈਆਂ ਨੇ। ਤੇ ਉਹ ਨੌਜਵਾਨ 27 ਤਰੀਕ ਤੋਂ ਲੈ ਕੇ ਗੁੰਮ ਸੀਗਾ, ਪਰੰਤੂ ਜਦੋਂ ਘਰਦਿਆਂ ਵੱਲੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡਾ ਬੇਟਾ, ਸਾਡਾ ਬੱਚਾ ਕਿੱਥੇ ਹੈ, ਤੇ 30 ਤਰੀਕ ਨੂੰ ਇੱਕ ਲਿਸਟਾਂ ਜਾਰੀ ਹੁੰਦੀਆਂ ਨੇ। 30 ਤਰੀਕ ਦੀ ਲਿਸਟ ਦੇ ਵਿੱਚ 27 ਤਰੀਕ ਤੋਂ ਜਿਹੜਾ ਨੌਜਵਾਨ ਗਾਇਬ ਆ, 30 ਤਰੀਕ ਨੂੰ ਉਹਦੇ ਤੇ ਅਲੀਪੁਰ ਥਾਣੇ ਦੇ ਵਿੱਚ ਕੇਸ ਦਰਜ ਹੁੰਦੇ ਨੇ ਤੇ ਉਹ ਨੌਜਵਾਨ ਜਿਹੜੇ ਨੇ ਹੁਣ ਜੇਲ੍ਹਾਂ ਵਿੱਚ ਬੰਦ ਨੇ। ਉਹਨਾਂ ਵਿੱਚੋਂ ਨਵਜੋਤ ਸਿੰਘ ਵੀ ਇੱਕ ਹੈ ਤੇ ਇੱਕ ਹੋਰ ਨੌਜਵਾਨ ਵੀ ਹਸਨਪੁਰ ਪਿੰਡ ਦਾ ਹੀ ਹੈ। ਸਰ, ਅਸੀਂ ਇੱਥੇ ਜਿਹੜਾ ਨਵਜੋਤ ਸਿੰਘ ਦੇ ਘਰ ਪਹੁੰਚੇ ਹੋਏ ਹਾਂ, ਗੱਲਬਾਤ ਕਰਦੇ ਹਾਂ ਕਿ ਨੌਜਵਾਨ ਕਿੰਨੇ ਦਿਨਾਂ ਤੋਂ ਗਿਆ ਹੋਇਆ ਸੀ, ਕਦੋਂ ਇਹਨਾਂ ਦੀ ਗੱਲਬਾਤ ਹੋਈ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਉੱਥੇ ਉਹਦੇ ਨਾਲ ਕੀ ਵਾਪਰਿਆ ਹੈ। ਜੋ ਘਰਦਿਆਂ ਨੂੰ, ਉਹਨਾਂ ਦੇ ਫੈਮਿਲੀ ਨੂੰ ਜਾਣਕਾਰੀ ਆ, ਉਹ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਜਿਹੜੇ ਘਰ ਦੇ ਫੈਮਿਲੀ ਮੈਂਬਰ ਨੇ, ਤੁਸੀਂ ਉਹਨਾਂ ਦੇ ਬ੍ਰਦਰ ਹੋ? ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਜਦੋਂ ਤੁਹਾਡਾ ਜਿਹੜਾ ਨਵਜੋਤ ਸਿੰਘ ਤੁਹਾਡਾ ਬ੍ਰਦਰ ਹੈ ਉੱਥੇ ਜਾਂਦਾ ਹੈਗਾ ਆ, ਪਿੰਡ ਵਾਲਿਆਂ ਵੱਲੋਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀ ਕਿੰਨੀ ਕੁ ਸਪੋਰਟ ਸੀ, ਤੁਸੀਂ ਕਿਸ ਤਰੀਕੇ ਨਾਲ ਜਾਂਦੇ ਹੋ? ਜਿਵੇਂ ਪਿੰਡ ਵੱਲੋਂ ਕਿਹਾ ਜਾਂਦਾ ਹੈ 9-9 10-10 ਬੰਦੇ ਜਾਂਦੇ ਨੇ, ਇਸੇ ਤਰੀਕੇ ਨਾਲ? ਹਾਂਜੀ, ਇਸ ਤਰੀਕੇ ਨਾਲ ਜਾਂਦੇ ਉੱਥੇ, ਮਤਲਬ ਟਰੈਕਟਰ ਸਾਡੀ ਡਿਊਟੀ ਲੱਗੀ ਹੋਈ ਹੈ ਨਾ, ਵੀ ਜਿੱਕਣ 10 ਬੰਦੇ ਚਲੇ ਗਏ, ਉਹ ਬਚਾਰੇ ਕੰਮ ਆ ਕੇ ਵੀ ਕਰਨਾ, ਫਿਰ ਉਹਨਾਂ ਦੀ ਜਗ੍ਹਾ 10 ਬੰਦੇ ਹੋਰ ਚਲੇ ਜਾਂਦੇ ਨੇ। ਇਸ ਤਰੀਕੇ ਨਾਲ ਗਏ ਸੀ। ਉਹ 24 ਤਰੀਕ ਨੂੰ ਗਏ ਸੀ ਨਵਜੋਤ ਸਿੰਘ, 26 ਤਰੀਕ ਤੋਂ ਪਹਿਲਾਂ, ਮਤਲਬ ਮੈਂ ਪਹਿਲਾਂ ਗਿਆ ਸੀ, ਮੈਂ ਆ ਗਿਆ ਸੀਗਾ। 26 ਤਰੀਕ ਨੂੰ ਜਦੋਂ ਟਰੈਕਟਰ ਮਾਰਚ ਹੁੰਦਾ, ਦਿੱਲੀ ਦੇ ਅੰਦਰ ਜਾਂਦੇ ਨੇ, ਉਸ ਦਿਨ ਉਹ ਨੌਜਵਾਨ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਇਆ ਸੀ, ਵਾਪਸ ਆ ਗਏ ਸੀ ਉਸ ਦਿਨ? ਹਾਂ, ਉਸ ਦਿਨ ਵਾਪਸ ਸ਼ਾਮ ਨੂੰ, ਮੈਂ ਤਕਰੀਬਨ 7 ਵਜੇ ਗੱਲ ਕਰੀ ਸੀ ਵੀ ਮਾਹੌਲ ਕਿੱਦਾਂ ਹੈ, ਕਹਿੰਦਾ ਫਿਰ ਟਰੈਕਟਰ ਕਾਫੀ ਚਲੇ ਗਏ ਸੀਗੇ, ਅਸੀਂ ਵਾਪਸ ਮੁੜੇ ਵੀ ਠੀਕ ਠਾਕ ਹੈ, ਮੈਂ ਵੀ ਰੋਟੀ ਕੋਈ ਚੱਕਰ ਨਹੀਂ ਹੈਗਾ। ਕਿੰਨੀ ਤਰੀਕ ਨੂੰ ਤੁਹਾਡੀ ਜਿਹੜੀ ਆਖਰੀ ਗੱਲ ਆ ਉਸ ਨੌਜਵਾਨ ਨਾਲ ਹੋਈ ਹੈ? ਮੇਰੀ 26 ਤਰੀਕ ਨੂੰ ਆਖਰੀ ਗੱਲ ਹੋਈ ਹੈ 7 ਵਜੇ। ਤੇ ਜਿਹੜਾ ਫੈਮਿਲੀ ਦੀ, ਅਸੀਂ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਬਾਕੀ ਪਰਿਵਾਰ, ਉਹਨਾਂ ਦੇ ਮਦਰ ਦੇ ਨਾਲ ਕਿੰਨੀ ਤਰੀਕ ਨੂੰ ਲਾਸਟ ਗੱਲ ਹੋਈ ਹੈ ਜਿਸ ਤੋਂ ਬਾਅਦ ਤੁਹਾਨੂੰ ਲੱਗਿਆ ਵੀ ਉਹ ਨੌਜਵਾਨ ਨਹੀਂ ਆਇਆ? ਕਿਸ ਤਰ੍ਹਾਂ ਪਤਾ ਲੱਗਿਆ ਹੈ? ਮਦਰ ਨਾਲ ਤਾਂ ਉਹਦੀ ਤਕਰੀਬਨ 25 ਤਰੀਕ ਨੂੰ ਇਹ ਗੱਲ ਹੋਈ ਸੀਗੀ, ਹੈ ਨਾ, ਫਿਰ 26 ਤਰੀਕ ਨੂੰ ਮੇਰੇ ਨਾਲ ਗੱਲ ਹੋਈ ਹੈ। ਫਿਰ ਉਹਦੇ ਬਾਅਦ ਜਦੋਂ ਫੋਨ ਕਰਦੇ ਸੀਗੇ ਉਹਦੇ ਮਦਰ ਵੀ ਆਇਆ ਨਹੀਂ, ਚਲੋ ਹੁਣ ਘਰਦਿਆਂ ਨੂੰ ਤਾਂ ਕਹਿਣਾ ਹੀ ਪੈਂਦਾ ਹੈ ਵੀ ਠੀਕ ਠਾਕ ਆ, ਕੋਈ ਚੱਕਰ ਨਹੀਂ ਹੈਗਾ। ਮਤਲਬ 26 ਤਰੀਕ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਦੇ ਨਾਲ। ਤੇ ਕਿੱਦਾਂ ਪਤਾ ਲੱਗਿਆ ਕਿ ਨੌਜਵਾਨ ਸਾਡਾ ਗਾਇਬ ਹੈ? ਤੁਸੀਂ ਫੋਨ ਕਰਦੇ ਰਹੇ ਹੋ ਜਾਂ ਉੱਥੇ ਜਿਹੜੇ ਤੁਹਾਡੇ ਪਿੰਡ ਦੇ ਮੌਜੂਦ ਸੀ? ਸਾਡੇ ਪਿੰਡ ਦੇ ਮੁੰਡੇ ਮੌਜੂਦ ਸੀਗੇ, ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਆਏ ਨਹੀਂ ਹੈਗੇ ਵਾਪਸ, ਵੀ
ਆਈ ਨਹੀਂ ਪਤਾ ਕਿੱਥੇ ਆ। ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਜੇਲ੍ਹ 'ਚ ਆ, ਵੀ ਕਿਵੇਂ ਹੋਇਆ ਕਿ ਨਹੀਂ। 27 ਤਰੀਕ ਨੂੰ ਤਾਂ ਸ਼ਾਮੀ ਉਹਨਾਂ ਨੂੰ ਵੀ ਟੈਨਸ਼ਨ ਪੈ ਗਈ। ਉਹ ਵਿਚਾਰੇ ਸਟੇਜ ਤੋਂ ਫੋਟੋਆਂ ਦਿੰਦੇ ਸੀਗੇ, ਲੌਸਮੈਂਟ ਕਰਾਉਂਦੇ ਸੀਗੇ, ਕੁਝ ਪਤਾ ਹੀ ਨਹੀਂ ਲੱਗਿਆ ਹੈਗਾ। ਤੁਹਾਡੇ ਕੋਲੇ ਨੌਜਵਾਨ ਨਵਜੋਤ ਸਿੰਘ ਦੀ ਫੋਟੋ ਹੋਏਗੀ, ਜ਼ਰੂਰ ਦਿਖਾਇਆ ਜਾਵੇ। ਨੌਜਵਾਨ ਕਿਸ ਤਰ੍ਹਾਂ ਦਾ ਹੈ, ਵੀ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ, ਜੇ ਅਸੀਂ ਗੱਲ ਕਰਦੇ ਤੁਸੀਂ ਫੈਮਿਲੀ ਹੋ ਵੀ ਕਿਸ ਤਰ੍ਹਾਂ ਦਾ? ਕਿਸਾਨੀ ਨਾਲ ਸੰਬੰਧਿਤ ਰੱਖਦੇ ਆ ਜੀ, ਕਿਸਾਨ ਦਾ ਬੇਟਾ ਏ ਜੀ, ਵੀ ਕਿਸਾਨੀ ਨਾਲ ਹੈ। ਕਿਸਾਨੀ ਦੇ ਕਰਕੇ ਸਾਡੀ ਸਰਕਾਰ ਗੱਲ ਲੜਨੇ ਵਾਸਤੇ ਉੱਥੇ ਗਿਆ ਏ ਉਹ। ਆ ਫੋਟੋ ਜ਼ਰੂਰ ਦਿਖਾਈ ਜਾਵੇ। ਨਵਜੋਤ ਸਿੰਘ, ਇਹ ਨੌਜਵਾਨ ਦੀ ਫੋਟੋ ਹੈਗੀ ਆ। ਇਹ ਕਿੰਨੇ ਭੈਣ ਭਰਾ ਨੇ? ਇਕੱਲਾ ਹੀ ਹੈ। ਅੱਛਾ ਜੀ, ਕੋਈ ਭੈਣ ਭਰਾ ਨਹੀਂ। ਮਾਂ ਬਾਪ ਦਾ ਕੱਲਾ ਬੱਚਾ ਹੈ ਤੇ ਕਿਸਾਨੀ 'ਚ ਗਿਆ ਸੀ ਤੇ ਉੱਥੇ ਪੁਲਿਸ ਵੱਲੋਂ ਅਰੈਸਟ। ਇਹ ਕੋਈ ਇਹੋ ਜੀ ਕੋਈ ਪਿੰਡ ਦੇ ਵਿੱਚ ਅਸੀਂ ਕਹਿ ਲਈਏ ਕਿਹੋ ਜਿਹਾ ਇਹਨਾਂ ਦਾ ਵਿਵਹਾਰ ਸੀਗਾ? ਕੋਈ ਨਹੀਂ, ਬੱਚਾ ਸਾਡਾ ਇਦਾਂ ਦਾ ਨਹੀਂ ਤਾਂ ਸਾਡਾ ਬੱਚਾ ਬਿਲਕੁਲ ਠੀਕ ਤਾਂ, ਕਦੇ ਕਿਸੇ ਗੱਲ ਲੜਿਆ ਨਹੀਂ, ਕਦੇ ਪੁਲਿਸ ਦਾ ਕੋਈ ਚੱਕਰ ਦਾ, ਕਦੇ ਇਹਨੂੰ ਪੁਲਿਸ ਤਾਂ ਉਹਨੇ ਕਦੇ ਦੇਖੀ ਵੀ ਹੈ ਨਹੀਂ ਤੀ। ਕਿੰਨੇ ਉਮਰ ਕਿੰਨੀ ਹੈ ਨੌਜਵਾਨ ਦੀ? ਉਹਦੇ 25 ਸਾਲ ਆ ਜੀ। 27 ਸਾਲ ਦਾ। 27 ਸਾਲ ਦੀ ਉਮਰ ਹੈ। ਪੜ੍ਹੇ ਕਿੰਨਾ ਨੇ? ਪੜੇ ਤਾਂ ਉਹ ਨਹੀਂ 8ਵੀਂ ਚ ਆ, 8 ਆ। ਉਹ ਮਤਲਬ ਕਬੈਨ ਤੇ ਜਾਂਦਾ ਸੀਗਾ। ਕਬੈਨ ਤੇ, ਹਾਂ, ਉਹ ਆਪਣੇ ਫੁੱਫੜ ਜੀ ਨਾਲ ਕਬੈਨ ਤੇ ਜਾਂਦਾ ਸੀ। ਕਬੈਨ ਡਰਾਈਵਰ ਹੈ, ਕਬੈਨ ਚਲਾਉਂਦਾ ਸੀਗਾ। ਉਹ ਆਪਣਾ ਇੱਧਰ ਐਮਪੀ ਕੀ ਨਹੀਂ, ਕਬੈਨ ਚਲਾਉਂਦਾ ਸੀਗਾ ਉਹ। ਨੌਜਵਾਨ ਕਿਸੇ ਵੀ ਪਾਰਟੀ ਗੱਲ, ਸਾਡੇ ਬੱਚੇ ਦਾ ਕਿਸੇ ਪਾਰਟੀ ਗੱਲ ਕੋਈ ਸੰਬੰਧ ਨਹੀਂ ਤਾਂ ਜੀ, ਵੀ ਉਹ ਸਿਰਫ ਆਪਣੇ ਕਿਸਾਨੀਅਤ ਦੇ, ਆਪਣੇ ਕਿਸਾਨੀ ਮੋਰਚੇ ਦੇ, ਕਿਸਾਨ ਦਾ ਪੁੱਤਰ ਦਾ, ਕਿਸਾਨ ਨੇ ਸਾਡੀ ਸਰਕਾਰ ਗੱਲ ਲੜਾਈ ਹੈ, ਘਰ ਦੀ ਸਹਿਮਤੀ ਚ ਗਿਆ ਤਾਂ। ਕਿੰਨੀ ਪੈਲੀ ਕਿੰਨੀ ਹੈ? ਜੇ ਅਸੀਂ ਨੌਜਵਾਨ ਦੀ ਗੱਲ ਕਰਦੇ ਆ ਤਾਂ ਕਿੰਨੀ ਜ਼ਮੀਨ ਹੈਗੀ ਆ ਵੀ ਉਹ ਗਏ ਸੀ? ਸਾਡੇ ਕਿ 3 ਕਿੱਲੇ ਜ਼ਮੀਨ ਦੇ ਆ। ਇੱਕ ਅਸੀਂ ਕਹਿ ਸਕਦੇ ਹਾਂ ਕਿ ਮੱਧ ਵਰਗੀ ਪਰਿਵਾਰ ਜਿਨ੍ਹਾਂ ਦੇ ਕੋਲ 3-4 ਕਿੱਲੇ ਜ਼ਮੀਨ ਨੇ, ਉਹ ਆਪਣੀ ਕੰਟਰੀਬਿਊਸ਼ਨ ਪਾਉਣ ਦੇ ਲਈ ਦਿੱਲੀ ਜਾਂਦੇ ਨੇ। ਸਾਰਾ ਹੀ ਪਿੰਡ ਹੈ, ਸਾਰੇ ਪਿੰਡ ਦੇ ਵਿੱਚੋਂ 10-10 ਵਿਅਕਤੀਆਂ ਦੀਆਂ 10-10 ਨੌਜਵਾਨ ਬਜ਼ੁਰਗ ਇਕੱਠੇ ਹੋ ਕੇ ਜਾਂਦੇ ਨੇ। ਫਿਰ ਜਿਹੜੇ ਕੁਝ ਨੌਜਵਾਨ ਜਾਂ ਬਜ਼ੁਰਗ ਉੱਥੋਂ ਆ ਜਾਂਦੇ ਨੇ। ਇਸ ਤਰ੍ਹਾਂ ਡਿਊਟੀਆਂ ਲੱਗੀਆਂ ਹੋਈਆਂ ਨੇ। ਇਸੇ ਹੀ ਡਿਊਟੀ ਦੇ ਤਹਿਤ ਉਹ ਨੌਜਵਾਨ ਵੀ ਜਾਂਦਾ ਹੈ। 26 ਤਰੀਕ ਦੇ ਲਗਭਗ ਗਏ ਨੇ ਉਹ, ਜਾਂ ਪਹਿਲਾਂ ਗਏ ਸੀਗੇ। 24 ਤਰੀਕ ਨੂੰ ਚਲੇ ਗਏ ਸੀ। 24 ਨੂੰ 23 ਨੂੰ ਸ਼ਾਮ ਨੂੰ 24 ਤਰੀਕ ਨੂੰ ਪਹੁੰਚ ਗਿਆ ਸੀਗਾ ਉੱਥੇ ਉਹ। 23-24 ਦੇ ਕਰੀਬ ਉਹ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਸਵਿਚ ਆਫ ਆਉਂਦਾ ਹੈ। ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ। ਜਦੋਂ ਅਰੈਸਟ ਹੋ ਜਾਂਦੇ ਨੇ, ਜਦੋਂ ਤੁਹਾਨੂੰ ਖਬਰ ਮਿਲਦੀ ਹੈ, ਉਸ ਤੋਂ ਬਾਅਦ ਤੁਹਾਡੇ ਵੱਲੋਂ ਕੀ ਇੱਥੇ ਪਹਿਲਾਂ ਤਾਂ ਪਿੰਡ ਦੀ ਗੱਲ ਕਰਦੇ ਹਾਂ, ਪਿੰਡ ਵਾਲਿਆਂ ਵੱਲੋਂ ਤੁਹਾਨੂੰ ਕਿੰਨੀ ਕੁ ਹਮਾਇਤ ਦਿੱਤੀ ਗਈ ਹੈ? ਕਿਉਂਕਿ ਕਿਸਾਨੀ ਮੋਰਚੇ 'ਚ ਪਿੰਡ ਵੱਲੋਂ ਹੀ ਇੱਕ ਬਣਾਇਆ ਗਿਆ ਸੀਗਾ, ਕਿੰਨੇ ਜਾਣੇ ਜਾਣਗੇ, ਕਿੰਨੇ ਆਉਣਗੇ। ਕਿੰਨਾ ਕੁ ਪਿੰਡ ਤੁਹਾਡੇ ਨਾਲ ਇਸ ਸਮੇਂ ਖੜਾ ਹੈ? ਪਿੰਡ ਤਾਂ ਤਕਰੀਬਨ ਦੇਖੋ ਜੀ ਸਾਰਾ ਹੀ ਹੈ ਜੀ। ਪਿੰਡ ਦੇ ਇਹ ਨਹੀਂ ਹੈਗੇ ਵੀ ਸਾਡੇ ਹੀ ਬੱਚੇ ਗਏ ਆ, ਸਾਰੇ ਪਿੰਡ ਦੇ ਬੱਚੇ ਬਦਲ ਕੇ ਜਾਂਦੇ ਆ। ਤੇ ਇੱਕ ਬੱਚਾ ਸਾਡਾ ਹੁਣ ਵੀ ਉੱਥੇ ਹੀ ਹੈ, ਸਾਡੇ ਘਰ ਦੇ ਵਿੱਚ ਤੇ ਲਾਗ ਤੋਂ ਉਹ ਖੜੀ ਆ ਉਹਦੀ ਮਾਤਾ ਜੀ। ਤੇ ਸਾਨੂੰ ਪਿੰਡ ਦੀ ਇਹੀ ਜੀ ਕੋਈ ਪ੍ਰੋਬਲਮ ਨਹੀਂ। ਪਿੰਡ ਤੋਂ ਤਾਂ, ਪਿੰਡ ਦੇ ਤਾਂ ਦੇਖੋ ਸਾਰੇ ਹੀ ਬੱਚੇ ਆ, ਕਦੇ ਕਿਸੇ, ਸਭ ਦੇ ਇਕੱਲੇ ਹੀ ਆ, ਸਭ ਦੇ ਬੱਚੇ ਜਾਂਦੇ ਆ ਤੇ 5-10 ਆ ਗਏ ਤੇ 5-10 ਚਲੇ ਜਾਂਦੇ। ਪਰ ਜਿਹੜੇ ਗੈਪ ਹੋਏ ਆ ਉਹ ਸਾਡੇ 2 ਬੱਚੇ ਹੋਏ। ਪਿੰਡ ਵਾਲੇ ਤੁਹਾਡੇ ਨਾਲ ਖੜੇ ਨੇ। ਤੇ ਜੇ ਅਸੀਂ ਕਿਸਾਨੀ ਆਗੂਆਂ ਦੀ ਗੱਲ ਕਰਦੇ ਹਾਂ, ਜਿਹੜੀਆਂ ਜਥੇਬੰਦੀਆਂ ਉੱਥੇ ਬੈਠੀਆਂ ਨੇ, ਉਹਨਾਂ ਵੱਲੋਂ ਕਿੰਨੀ ਕੁ ਸਪੋਰਟ ਹੈ? ਇੱਕ ਤਾਂ ਜੇ ਅਸੀਂ ਗੱਲ ਕਰਦੇ ਹਾਂ ਵੀ ਇਹਨਾਂ ਦਾ ਨਾਮ ਲੱਭ ਕੇ ਦਿੱਤਾ ਗਿਆ ਹੈ, ਹੋਰ ਕੋਈ ਸਪੋਰਟ ਤੁਹਾਨੂੰ ਫੋਨ ਕਾਲ ਕਰਕੇ ਘਰਦਿਆਂ ਨੂੰ ਕੁਝ ਗੱਲਬਾਤ, ਕੋਈ ਦਿਲਾਸਾ ਦਿੱਤਾ ਗਿਆ? ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡਾ ਬੇਟਾ ਬਾਅਦ ਚੋਂ, ਪਹਿਲਾਂ ਸਾਡਾ ਇਹ ਨਾ, ਵੀ ਸਾਡਾ ਫਰਜ਼ ਬਣਦਾ ਜਿੰਨੇ, ਚਲੋ ਕਾਫੀ ਸਾਡੇ ਨਹੀਂ ਹੋਰ ਵੀ ਨੌਜਵਾਨ ਵਿੱਚ ਬਜ਼ੁਰਗ ਫੜੇ ਹੋਏ ਨੇ, ਵੀ ਇਹਨਾਂ ਨੂੰ ਕੁਛ ਵੀ ਕਾਰਵਾਈ, ਪੈਸੇ ਟਿੱਕਰ, ਉਹ ਸਾਡੀ ਜ਼ਿੰਮੇਵਾਰੀ, ਅਸੀਂ ਆਪ ਕਰਾਂਗੇ। ਤੁਹਾਨੂੰ ਕਾਲ ਆਉਂਦੀ ਹੈ ਕਿਸਾਨ ਜਥੇਬੰਦੀ? ਆਈ ਸੀਗੀ ਕੋਲ। ਮੇਰਾ ਜਿਹੜਾ ਆਪਣਾ ਬ੍ਰਦਰ ਗਿਆ ਵਾ, ਉਹਨੇ ਦੱਸਿਆ, ਮੈਂ ਫੋਟੋ ਭੇਜੇ ਸੀਗੇ ਨਾ, ਪ੍ਰੂਫ ਭੇਜੇ ਸੀਗੇ ਵੀ ਦੇਣਗੇ। ਉਹ ਕਹਿੰਦਾ ਕੋਈ ਚੱਕਰ ਨਹੀਂ, ਵੀ ਤੁਹਾਡਾ ਬੇਟਾ ਪਹਿਲਾਂ, ਬਾਅਦ ਚੋਂ ਪਹਿਲਾਂ ਸਾਡਾ ਇਹ ਜੀ, ਵੀ ਸਾਡੇ ਪਹਿਲਾ ਪੁੱਤ ਸਾਡੇ, ਵੀ ਜਿੰਨੇ ਗਏ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ, ਅਸੀਂ ਆਪ ਛਡਾਵਾਂਗੇ ਇਹਨਾਂ ਨੂੰ, ਅਸੀਂ ਜੋ ਖਰਚਾ ਹੋਇਆ ਪੈਸਾ ਟਿੱਕਰ ਆਪ ਲਾਵਾਂਗੇ। ਜਾਨੀ ਕਿ ਤੁਹਾਡੀ ਪੂਰੀ ਸਪੋਰਟ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ? ਹਾਂਜੀ ਕੀਤੀ ਜਾ ਰਹੀ ਹੈ, ਪੂਰੀ ਸਪੋਰਟ ਹੈ ਜੀ ਉਹਨਾਂ ਦੀ। ਅੱਛਾ ਜੀ। ਜੇ ਬਾਕੀ ਨੌਜਵਾਨ, ਜਿਹੜਾ ਇੱਕ ਹੋਰ ਨੌਜਵਾਨ ਵੀ ਇਸ ਪਿੰਡ ਦਾ ਹੈ, ਉਹਨਾਂ ਦਾ ਘਰ ਵੀ ਇੱਥੇ ਕੋਲ ਹੀ ਹੈ, ਇਕੱਠੇ ਹੀ ਗਏ ਸੀਗੇ? ਉਹਨਾਂ ਦਾ ਘਰ ਜੀ ਪਰਲੀ ਸਾਈਡ ਨੇ ਪਿੰਡ ਦੇ। ਇਕੱਠੇ ਗਏ ਸੀਗੇ? ਇਕੱਠੇ ਗਏ, ਇਹ ਦੋਏ ਇਕੱਠੇ ਗਏ ਸੀਗੇ, ਉਰੇ ਤੋਂ ਵੀ ਪਿੰਡ ਤੋਂ ਵੀ ਇਕੱਠੇ ਹੋ ਗਏ ਸੀਗੇ 2 ਜਣੇ ਇਹ। ਜੇ ਅਸੀਂ ਗੱਲ ਕਰਦੇ ਹਾਂ ਵੀ ਉੱਥੇ ਬਾਰਡਰ ਦੇ ਉੱਪਰ ਜੇ ਇੱਕ ਅਰੈਸਟ ਹੋਏ ਨੇ, ਇਹਨਾਂ ਨੇ ਕੋਈ ਇਹੋ ਜਿਹੀ ਕਾਰਵਾਈ ਨੂੰ ਅੰਜਾਮ ਤਾਂ ਨਹੀਂ ਦਿੱਤਾ ਕਿ ਜਿਹੜਾ ਅਰੈਸਟ ਕਰਨਾ ਪਿਆ ਪੁਲਿਸ ਨੂੰ? ਕੀ ਲੱਗਦਾ ਹੈ ਕਿ ਨੌਜਵਾਨ ਸਾਡੇ ਬੱਚੇ ਇਦਾਂ ਦੇ ਹੈ ਹੀ ਨਹੀਂ। ਜੇ ਕਾਰਵਾਈ ਕਰਦੇ 2 ਜਣੇ ਅਰੈਸਟ ਹੁੰਦੇ, 70 ਤਾਂ ਨਹੀਂ ਹੋ ਸਕਦੇ, ਉਹਦੇ ਵਿੱਚ ਆਈ ਹੈ ਲਿਸਟ ਇਹਨਾਂ। ਜੇ ਕਾਰਵਾਈ ਕੁਛ ਵੀ ਗਲਤ ਕੰਮ ਕਰਦੇ 2 ਅਰੈਸਟ ਹੁੰਦੇ ਨਾ, ਇਹ 70 ਜਣੇ ਦੇ ਵਿੱਚ ਲਿਸਟ ਤਾਂ ਨਹੀਂ ਆਉਂਦੀ। ਉਹ ਵੀ ਨਾਲ ਚੱਕ ਹੋਏ ਨੇ, ਹੋਰ ਵੀ ਬਜ਼ੁਰਗ ਵੀ ਚੱਕ ਹੋਏ ਨੇ। ਤੁਹਾਨੂੰ ਪਤਾ ਲੱਗਾ ਕਿ ਕਿਹੜੀਆਂ FIR, ਕਿਹੜੀਆਂ ਧਾਰਾਵਾਂ ਜਿਹੜੀਆਂ ਇਹਨਾਂ ਤੇ ਦਰਜ ਕੀਤੀਆਂ? ਉਹ ਨਹੀਂ ਪਤਾ, ਉਹ ਨਹੀਂ ਜੀ। ਉਹ ਸਾਨੂੰ ਇੱਕ ਲਿਸਟ ਆਈ ਸੀਗੀ, ਉਹ ਵੀ
ਜਿਹੜਾ ਮੁੰਡਾ ਸੀਗਾ ਉਹਦੇ ਭਾਈ ਨੂੰ ਫੋਨ ਆਇਆ ਸੀਗਾ, ਕੋਈ ਰੋਪੜ ਦਾ ਬੰਦਾ, ਮਤਲਬ ਰਹਿੰਦੇ ਦਿੱਲੀ ਆਏ ਨਹੀਂ ਦੱਸੇ ਮੈਂ ਪੁਲਿਸ ਵਾਲਾ ਮੈਂ ਕੌਣ ਹੈ, ਉਹਨੇ ਦੱਸੀ, ਉਹਨੇ ਉਹ ਲਿਸਟ ਭੇਜੀ ਸੀਗੀ ਸਭ ਤੋਂ ਪਹਿਲਾਂ ਵੀ ਦੇਖੋ ਵੀ ਨਾਮ ਹੈਗੇ, ਉਹਨੇ ਨਾਮ ਦੱਸੇ ਮੈਨੂੰ ਵੀ ਆਪਣੇ ਨਾਮ ਹੈਗੇ ਵੀ ਪੁਲਿਸ ਚੱਕ ਹੋ ਗਈ। ਮਨਜਿੰਦਰ ਸਿੰਘ ਸਿਰਸਾ ਵੱਲੋਂ ਬਹੁਤ ਵੱਡੀ ਕਾਰਵਾਈ ਉੱਥੇ ਅਸੀਂ ਕਹਿ ਸਕਦੇ ਹਾਂ ਬਹੁਤ ਸਪੋਰਟ ਕੀਤੀ ਜਾ ਰਹੀ ਹੈ। ਉਹਨਾਂ ਨੇ ਜਿੰਨੇ ਵੀ ਨੌਜਵਾਨ ਉੱਥੇ ਨੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਮੁਹੱਈਆ ਕਰਵਾਉਣ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਉਹਨਾਂ ਨੇ ਤੁਹਾਡੀ ਗੱਲਬਾਤ ਕਰਵਾਈ ਜਾਂ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ? ਕੱਲ ਨੰਬਰ ਦਿੱਤਾ ਸੀਗਾ ਉਹਨਾਂ ਨੇ ਮੈਨੂੰ, ਇੱਕ ਵੀ ਜੋ ਵੀ ਮਤਲਬ ਕਾਗਜ਼ ਪੱਤਰ ਸੀਗੇ ਇਹਨਾਂ ਦੇ ਪ੍ਰੂਫ ਭੇਜਣੇ ਸੀਗੇ, ਮੈਂ ਉਹ ਭੇਜ ਦਿੱਤੇ ਤੇ ਫੋਟੋਆਂ ਭੇਜ ਦਿੱਤੀਆਂ ਸੀਗੀਆਂ ਉਹਨਾਂ ਨੂੰ। ਤੇ ਕਿਸੇ ਨੇ ਜਾ ਕੇ ਉੱਥੇ ਕੋਸ਼ਿਸ਼ ਕੀਤੀ ਹੈ ਬੱਚੇ ਨੂੰ ਮਿਲਣ ਦੀ, ਨਵਜੋਤ ਸਿੰਘ ਨੂੰ? ਨਹੀਂ, ਉਹ ਇਹ ਤਾਂ ਕੋਸ਼ਿਸ਼ ਕਰ ਰਹੇ ਆ ਨਾ ਕਿ ਦਿੱਲੀ ਸਰਕਾਰ ਨਹੀਂ, ਪੁਲਿਸ ਨੇ ਮਿਲ ਨਹੀਂ ਦੇ ਰਹੀ ਉਹਨਾਂ ਨੂੰ ਅੰਦਰ ਜੀ। ਇਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਸਾਨੂੰ ਬੁਲਾਓ, ਅਸੀਂ ਬੱਚੇ ਦੇਖਣੇ, ਉਹ ਜਾਣ ਪਰ ਜਾਣ ਨਹੀਂ ਨਾ ਦਿੰਦੇ ਹੈਗੇ। ਅੱਛਾ ਜੀ, ਪਿੰਡ ਵਾਲੇ ਲੋਕ ਜਿਹੜੇ ਉੱਥੇ ਬੈਠੇ ਨੇ ਉਹ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਗਾਹਾਂ ਜਾਣ ਨਹੀਂ ਦੇ ਰਹੇ। ਉਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਵਿਚਾਰੇ ਮੁੰਡੇ ਜਿੰਨੇ ਬੈਠੇ, ਬਜ਼ੁਰਗ ਵੀ ਬੈਠੇ ਹੋਏ ਆ, ਉਹਨਾਂ ਦਾ ਸਾਨੂੰ ਪੂਰਾ ਮਤਲਬ ਰੋਜ਼ ਫੋਨ ਹੁੰਦੇ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ, ਅਸੀਂ ਬੈਠੇ ਹਾਂ, ਜੋ ਵੀ ਕੋਈ ਗੱਲਬਾਤ ਹੁੰਦੀ ਅਸੀਂ ਤੁਹਾਨੂੰ ਨਾਲ ਹੀ ਨਾਲ ਦੱਸ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪਿੰਡ ਜਿਹੜਾ ਆ ਪੂਰੀ ਸਪੋਰਟ ਵਿੱਚ ਖੜਾ ਆ। ਪਿੰਡ ਦੇ ਲੋਕ ਜਿੰਨੇ ਵੀ ਉੱਥੇ ਮੌਜੂਦ ਨੇ, ਸਿੰਘੂ ਬਾਰਡਰ ਤੇ ਨੇ ਜਾਂ ਉਹ ਕੁੰਡਲੀ ਬਾਰਡਰ ਤੇ ਨੇ, ਉਹਨਾਂ ਵੱਲੋਂ ਜਿਹੜਾ ਪਰਿਵਾਰ ਨੂੰ ਕਿਹਾ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਬੱਚੇ ਦੀ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ, ਅਸੀਂ ਉੱਥੇ ਮੌਜੂਦ ਹਾਂ, ਕੋਈ ਵੀ ਪ੍ਰੋਬਲਮ ਹੁੰਦੀ ਹੈ, ਕੁਝ ਵੀ ਹੁੰਦਾ ਹੈ ਤਾਂ ਉਹ ਜਾ ਕੇ ਉਹਨਾਂ ਨੂੰ ਮਿਲਣਗੇ। ਇਸ ਤੋਂ ਇਲਾਵਾ ਜੇ ਕਿਸਾਨ ਆਗੂਆਂ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਆਗੂਆਂ ਵੱਲੋਂ ਵੀ ਇਹਨਾਂ ਨੂੰ ਇੱਕ ਦਿਲਾਸਾ ਵੀ ਦਿੱਤਾ ਗਿਆ ਹੈ ਕਿ ਜਿੰਨੀ ਵੀ ਉੱਥੇ ਸਪੋਰਟ ਹੈ, ਕਿਸੇ ਪੈਸੇ ਦੀ ਜ਼ਰੂਰਤ ਹੈ ਜਾਂ ਕੁਝ ਵੀ ਹੈ, ਉਹ ਕਾਨੂੰਨੀ ਕਾਰਵਾਈ ਹੈ ਉਹ ਸਾਰੀ ਖੁਦ ਕਰਨਗੇ। ਪਿੰਡ ਦੇ ਹੋਰ ਵੀ ਮੋਹਤਵਾਰ ਬੰਦੇ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਿੰਡ ਤੋਂ, ਇਸੇ ਪਿੰਡ ਤੋਂ, ਤੇ ਕਿ ਜੇ ਅਸੀਂ ਨੌਜਵਾਨ ਦੀ ਗੱਲ ਕਰਦੇ ਹਾਂ ਨਵਜੋਤ ਸਿੰਘ ਦੀ, ਤੇ ਇਸ ਨੌਜਵਾਨ ਬਾਰੇ ਅਸੀਂ ਜਾਣਕਾਰੀ ਜ਼ਰੂਰ ਲੈਣੀ ਚਾਹਾਂਗੇ ਕਿ ਕਿਵੇਂ ਦਾ ਇੱਕ ਬੈਕਗਰਾਊਂਡ ਸੀਗਾ ਇਸ ਲੜਕੇ ਦਾ, ਕਿਉਂਕਿ ਪੁਲਿਸ ਵੱਲੋਂ ਉੱਥੇ ਅਰੈਸਟ ਕੀਤਾ ਗਿਆ, ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ ਕਿ ਕਿਸ ਹਾਲਾਤ ਵਿੱਚ ਨੇ, ਗੱਲਬਾਤ ਨਹੀਂ ਹੋਈ। ਇਹ ਘਰੇਲੂ ਪਰਿਵਾਰ ਨਾਲ ਸੰਬੰਧਿਤ ਹੈ ਬੱਚਾ, ਪੜ੍ਹਿਆ ਲਿਖਿਆ ਪਰਿਵਾਰ ਹੈ ਤੇ ਖੇਤੀ ਨਾਲ ਸੰਬੰਧਿਤ ਹੈ ਜੀ। ਕੋਈ ਇਦਾਂ ਦੀ ਕੋਈ ਗੱਲ ਨਹੀਂ। ਇਹ ਬੱਚੇ ਦੇਖੋ ਪਿੰਡ ਵੱਲੋਂ ਸਾਰਾ ਕਿਸਾਨ ਯੂਨੀਅਨ ਦੇ ਇੱਕੇ ਵਾਸਤੇ ਜਾਂਦੇ ਹੈ, ਮਤਲਬ ਪਿੰਡ ਪੱਧਰ ਤੋਂ ਸਾਰੇ ਟਰਾਲੀਆਂ ਚਲੇ ਜਾਂਦੀਆਂ, ਆ ਜਾਂਦੀਆਂ, ਡਿਊਟੀ ਬਾਈ ਡਿਊਟੀ ਚੱਲੀ ਜਾਂਦੀ ਹੈ। ਇਹ 23-24 ਤਰੀਕ ਦੇ ਗਏ ਵੇ ਲਗਭਗ, ਇਹ 26 ਤੋਂ ਬਾਅਦ ਅਰੈਸਟ ਕੀਤੇ ਹੈ। ਇਹ ਮਤਲਬ ਬਹੁਤ ਹੀ ਨਿੰਦਣਯੋਗ ਗੱਲ ਹੈ ਜੋ ਵੀ ਦਿੱਲੀ ਸਰਕਾਰ ਨੇ ਕਰੀ ਹੈ, ਮੋਦੀ ਸਰਕਾਰ ਦੀ ਹਕੂਮਤ ਦੇ ਵਿੱਚ ਹੋਈ ਹੈ ਜੀ। ਪਿੰਡ ਦੀ ਅਸੀਂ ਗੱਲ ਕਰਦੇ ਹਾਂ, ਤੁਸੀਂ ਇਸ ਪਰਿਵਾਰ ਦੇ ਨਾਲ, ਇਹ ਮਾਤਾ ਜੀ ਨੇ, ਤੇ ਇਸ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਖੜੇ ਹੋ? ਕਿਉਂਕਿ ਇੱਕ ਇਕੱਲਾ ਇਹਨਾਂ ਦਾ ਬੱਚਾ ਆ, ਇੱਕ ਹੀ ਨੌਜਵਾਨ ਸੀਗਾ ਜਿਹੜਾ ਵੀ ਉਹ ਉੱਥੇ ਅਰੈਸਟ ਕਰ ਲਿਆ ਗਿਆ। ਘਰ ਦੇ ਹਾਲਾਤ ਵੀ ਜੇ ਅਸੀਂ ਦੇਖਾਂਗੇ ਵੀ ਮਾਤਾ ਜਿਹੜੇ ਇਕੱਲੇ ਨੇ ਇਸ ਟਾਈਮ, ਇਹਨਾਂ ਦੇ ਫਾਦਰ ਵੀ ਇੱਥੇ ਨਹੀਂ, ਕਿਸ ਪ੍ਰਕਾਰ ਜਿਹੜਾ ਪਿੰਡ ਇਹਨਾਂ ਦੀ ਮਦਦ ਕਰ ਰਿਹਾ? ਦੇਖੋ ਪਿੰਡ ਵੱਲੋਂ ਇਹਨਾਂ ਨੂੰ ਸਾਰਾ ਸਹਿਯੋਗ ਮਿਲ ਰਿਹਾ ਹੈ, ਕੋਈ ਦਿੱਕਤ ਨਹੀਂ ਹੈ। ਕਿਸਾਨ ਯੂਨੀਅਨਾਂ ਵੱਲੋਂ ਸਾਰਾ ਸਹਿਯੋਗ ਹੋ ਰਿਹਾ, ਜਿਨ੍ਹਾਂ ਰਾਬਤਾ ਹੁੰਦਾ ਰਹਿੰਦਾ ਹੈ ਕਿਸਾਨ ਯੂਨੀਅਨ ਦੇ ਨਾਲ। ਉਹ ਕਹਿੰਦੇ ਵੀ ਤੁਹਾਨੂੰ ਕੋਈ ਦਿੱਕਤ ਕਰਨ ਦੀ ਕੋਈ ਲੋੜ ਨਹੀਂ ਹੈਗੀ, ਜਿਵੇਂ ਵੀ ਸਾਡੀ ਕਾਰਵਾਈ ਚੱਲਦੀ ਹੈ, ਜਿਸ ਤਰ੍ਹਾਂ ਵੀ ਬੱਚੇ ਨੂੰ ਹਿਰਾਸਤ 'ਚੋਂ ਬਾਹਰ ਕੱਢਿਆ ਜਾਊਗਾ ਤੇ ਘਰ ਦੀ ਵਾਪਸੀ ਆਉਂਦੇ ਰਹਿਣਗੇ। ਕਿਹੋ ਜਿਹਾ ਲੱਗਦਾ ਹੈ ਵੀ ਨੌਜਵਾਨ ਨੇ ਕਿਹੜੀ ਇਹੋ ਜਿਹੀ ਗਲਤੀ ਕਰ ਲਈ ਕਿ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ? ਕਿਉਂਕਿ ਕਿਸਾਨ ਅੰਦੋਲਨ, ਇੱਕ ਐਜੀਟੇਸ਼ਨ, ਇੱਕ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਿਸਾਨਾਂ ਵੱਲੋਂ ਉੱਥੇ ਕੀਤਾ ਜਾ ਰਿਹਾ, ਅੰਦੋਲਨ ਚੱਲ ਰਿਹਾ, ਉੱਥੇ ਕਿਹੜੀ ਇਹੋ ਜਿਹੀ ਕਾਰਵਾਈ ਕਰ ਲਈ ਕਿ ਨੌਜਵਾਨ ਨੂੰ ਪੁਲਿਸ ਵੱਲੋਂ ਪਕੜ ਲਿਆ ਗਿਆ, ਦਿੱਲੀ ਪੁਲਿਸ ਵੱਲੋਂ? ਦੇਖੋ ਗਲਤ ਬੱਚਿਆਂ ਨੇ ਕੋਈ ਨਹੀਂ ਗਿਆ। ਕਿਸਾਨ ਅੰਦੋਲਨ 'ਚ ਗਏ, ਆਪਣੇ ਸੰਘਰਸ਼ ਵਾਸਤੇ ਗਏ, ਆਪਣੀ ਮਤਲਬ ਹੱਕਾਂ ਵਾਸਤੇ ਗਏ ਹੈ। ਇਹ ਤਾਂ ਜੋ ਵੀ ਮਤਲਬ ਆਪਣਾ ਸਰਕਾਰ ਕਰ ਰਹੀ ਹੈ ਬਹੁਤ ਗਲਤ ਕੰਮ ਕਰ ਰਹੀ ਹੈ। ਬੱਚਾ ਕੋਈ ਗਲਤ ਨਹੀਂ, ਕੋਈ ਬਜ਼ੁਰਗ ਗਲਤ ਨਹੀਂ ਹੈ। ਕਿਸਾਨ ਅੰਦੋਲਨ ਨੂੰ ਹੁਲਾਰਾ ਮਿਲ ਰਿਹਾ, ਇਸ ਕਰਕੇ ਸਰਕਾਰ ਆਪਣਾ ਮਤਲਬ ਮੰਦਭਾਗੀਆਂ ਇਹੋ ਜਿਹੀਆਂ ਗੱਲਾਂ ਕਰੀ ਜਾਂਦੀ, ਅਰੈਸਟ ਕਰੀ ਜਾਂਦੀ। ਬਸ ਸਾਡੀ ਤਾਂ ਹੁਣ ਇੱਕੋ ਇਹੀ ਬੇਨਤੀ ਹੈ ਵੀ ਪਰਿਵਾਰ ਨੂੰ ਕੋਈ ਦਿੱਕਤ ਨਹੀਂ, ਯੂਨੀਅਨ ਦਾ ਸਾਨੂੰ ਪੂਰੀ ਸਹਾਇਤਾ ਮਿਲ ਰਹੀ ਹੈ ਵੀ ਜਿੰਨੇ ਵੀ ਬਜ਼ੁਰਗ, ਬੱਚੇ, ਨੌਜਵਾਨ ਵੀਰ ਬੰਦੀ ਬਣਾਏ ਹੋਏ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ। ਉਸ ਤੋਂ ਬਾਅਦ ਜੋ ਵੀ ਕਾਲੇ ਕਾਨੂੰਨ ਹੈ ਉਹਨਾਂ ਬਾਰੇ ਬਾਅਦ 'ਚ ਗੱਲ ਕੀਤੀ ਜਾਊਗੀ। ਤੁਸੀਂ ਵੀ ਇਸੇ ਪਿੰਡ ਤੋਂ, ਕੀ ਨਾਮ ਹੈਗਾ ਤੁਹਾਡਾ? ਮੇਰਾ ਨਾਮ ਮੇਜਰ ਸਿੰਘ ਹੈ ਜੀ, ਮੈਂ ਇਸੇ ਪਿੰਡ ਦਾ ਰਹਿਣ ਵਾਲਾ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਮਾਧਿਅਮ ਰਾਹੀਂ ਮੈਂ ਗੱਲ ਦੱਸਣੀ ਚਾਹੁੰਦਾ ਵੀ ਜੋ ਵੀ ਇਹ ਦਿੱਲੀ ਦੇ ਵਿੱਚ ਜੋ ਵੀ ਇਹ ਕੇਸ ਹੋਇਆ ਹੈ, ਕਿਸ ਤਰ੍ਹਾਂ ਵੀ ਹੋਇਆ, ਇਹ ਸਾਡੇ 23-24 ਤਰੀਕ ਨੂੰ ਦੋ ਪਿੰਡ ਦੇ ਨੌਜਵਾਨ ਗਏ ਤੇ ਉੱਥੇ ਦਿੱਲੀ, ਤੇ 26 ਤਰੀਕ ਨੂੰ ਇਹ ਉੱਥੇ ਸੀ, 27 ਤਰੀਕ ਨੂੰ ਇਹ ਉੱਥੇ ਕਿਤੇ ਸਿੰਘੂ ਬਾਰਡਰ ਤੋਂ ਜਾਂ ਟਿਕਰੀ ਬਾਰਡਰ ਗਏ ਜਾਂ ਗਾਜੀਪੁਰ ਬਾਰਡਰ ਗਏ, ਰਸਤੇ 'ਚ ਇਹ ਉਹਨਾਂ ਨੇ ਮਤਲਬ ਪਕੜ ਲਏ ਬੰਦੇ। ਹੋਰ ਵੀ ਕਾਫੀ ਕਿਸਾਨ ਫੜੇ ਗਏ ਹੈ।
ਤੇ ਉਹਦੇ ਦੌਰਾਨ ਉਹਨਾਂ ਨੇ ਇਹਨੂੰ ਜੇਲ੍ਹ 'ਚ ਭੇਜਿਆ ਗਿਆ ਇਹਨਾਂ ਨੂੰ। ਉਹ ਤੋਂ ਬਾਅਦ 30 ਤਰੀਕ ਨੂੰ ਇਹਨਾਂ 'ਤੇ ਪਰਚਾ ਪਾਇਆ ਗਿਆ, ਠੀਕ ਹੈ ਨਾ। ਉਹ ਪਤਾ ਨਹੀਂ ਕਿੰਨੇ ਦਿਨ ਇਹਨਾਂ ਨੂੰ ਹਿਰਾਸਤ 'ਚ ਰੱਖਿਆ। ਤੇ ਅਸੀਂ ਸਰਕਾਰ ਨੂੰ ਔਰ ਕਿਸਾਨ ਜਥੇਬੰਦੀਆਂ ਨੂੰ ਇਹੀ ਬੇਨਤੀ ਕਰਦੇ ਹੱਥ ਬੰਨ੍ਹ ਕੇ ਵੀ ਇਹਨਾਂ ਨੂੰ ਸਾਡੇ ਬੱਚਿਆਂ ਨੂੰ ਘਰ ਭੇਜਿਆ ਜਾਵੇ। ਜੋ ਵੀ ਹੋਰ ਕੋਈ ਵੀ ਉੱਥੇ ਨੌਜਵਾਨ ਆਗੂ ਕੋਈ ਵੀ ਸਾਡਾ ਕੈਦੀ ਬੈਠਾ, ਇਹਨਾਂ ਜੋ ਬੰਦੀ ਬਣਾਏ ਹੋਏ, ਇਹਨਾਂ ਸਾਰਿਆਂ ਨੂੰ ਰਿਹਾ ਕਰਿਆ ਜਾਵੇ। ਤੇ ਸਾਡੀ ਸਰਕਾਰ ਅੱਗੇ ਇਹੀ ਬੇਨਤੀ ਹੈ। ਬਾਕੀ ਹੋਰ ਕਿਸਾਨ ਜਥੇਬੰਦੀਆਂ ਸਾਡੀ ਪੂਰੀ ਮਦਦ ਕਰ ਰਹੀਆਂ। ਬਾਕੀ ਅਸੀਂ ਇਸ ਪਰਿਵਾਰ ਨਾਲ ਪੂਰੇ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਖੜ੍ਹੇ ਹਾਂ। ਕੋਈ ਦਿੱਕਤ ਨਹੀਂ ਹੈਗੀ ਹੈ। ਜਦੋਂ ਸਾਨੂੰ ਇਹ ਬੁਲਾਉਂਦੇ ਅਸੀਂ ਆਉਂਦੇ। ਬਾਕੀ ਪਿੰਡ ਵੀ ਸਾਰਾ ਇਹਨਾਂ ਦੀ ਤਰਫ ਹੈ। ਬਾਕੀ ਹੋਰ ਵੀ ਜੋ ਵੀ ਲੋਕ ਉੱਥੇ ਬਣਦੇ ਆ ਸਾਰੇ ਅਸੀਂ ਸਪੋਰਟ ਕਰਦੇ, ਮਦਦ ਕਰਦੇ, ਤਹਿ ਦਿਲੋਂ ਮਦਦ ਕਰਦੇ ਹਾਂ। ਬਾਕੀ ਸਾਡੀ ਗੌਰਮੈਂਟ ਨੂੰ ਇਹੀ ਬੇਨਤੀ ਹੈ ਵੀ ਇਹਨੂੰ ਛੇਤੀ ਨਿਪਟਾਇਆ ਜਾਵੇ ਕੇਸ ਨੂੰ, ਤੇ ਸਾਡੇ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਗੱਲ ਕਰੀ ਜਾਵੇ। ਉੱਥੋਂ ਬਾਅਦ ਜਿਹੜੇ 3 ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰਿਆ ਜਾਵੇ, ਠੀਕ ਹੈ, ਤਾਂ ਕਿ ਜੋ ਸਾਡੇ ਲੋਕ ਉੱਥੇ ਬੈਠੇ ਉਸ ਆਪਣੇ ਘਰਾਂ ਨੂੰ ਵਾਪਸ ਆਉਣ। ਕੀ ਲੱਗਦਾ ਹੈ ਕਿ ਜਦੋਂ ਇਹੋ ਜਿਹੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਆ ਤੇ ਇਹਦਾ ਅੰਦੋਲਨ ਤੇ ਕੀ ਅਸਰ ਪਿਆ ਹੈ? ਨੈਗੇਟਿਵ ਪਿਆ ਹੈ ਕਿ ਪੋਜ਼ਿਟਿਵ ਅਸੀਂ ਕਹਿ ਸਕਦੇ ਹਾਂ? ਕਿਉਂਕਿ ਕੀ ਲੱਗਦਾ ਹੈ ਕਿ ਡਰਾਉਣ ਦੀਆਂ ਕੋਸ਼ਿਸ਼ਾਂ ਨੇ, ਇਹਦੇ ਨਾਲ ਕੀ ਅਸਰ ਪੈ ਰਿਹਾ ਹੈ ਆਮ ਲੋਕਾਂ ਦੇ ਉੱਪਰ? ਤੁਸੀਂ ਪਿੰਡ ਦੇ ਵਿੱਚ ਮੌਜੂਦ ਹੋ, ਕੀ ਲੱਗਦਾ ਹੈ? ਦੇਖੋ ਜੀ, ਜੋ ਵੀ ਇਹ ਪ੍ਰਸ਼ਾਸਨ ਹੈ, ਪੁਲਿਸ ਨੇ ਜਾਂ ਗੌਰਮੈਂਟ ਨੇ ਜੋ ਵੀ ਇਹ ਮਤਲਬ ਜਿੰਨੀ ਸਖਤਾਈ ਕਰੀ ਹੈ ਜੀ, ਮਤਲਬ ਉਹਨਾਂ ਨੇ ਆਪਣੀ ਤਰ੍ਹਾਂ ਸਖਤਾਈ ਕਰੀ ਦੀ ਵੀ ਕਿਸਾਨ ਜ਼ਿਮੀਂਦਾਰ ਹੈ ਜੋ ਲੋਕ ਬੈਠੇ ਡਰ ਜਾਓਗੇ, ਲੇਕਿਨ ਉਹ ਡਰੇ ਨਹੀਂ, ਉਹ ਹੋਰ ਤਕੜੇ ਹੋ ਗਏ ਅੱਗੇ ਨਾਲੋਂ। ਉਹ ਸੰਘਰਸ਼ ਹੋਰ ਤੇਜ਼ ਹੋ ਗਿਆ, ਠੀਕ ਹੈ ਨਾ। ਲੇਕਿਨ ਗੌਰਮੈਂਟ ਨੇ ਤਾਂ ਆਪਣੀ ਤਰਫ 'ਤੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਆਵਾਜ਼ ਦੱਬੀ ਜਾਵੇ ਕਿਸੇ ਤਰੀਕੇ ਨਾਲ, ਲੇਕਿਨ ਉਹ ਆਵਾਜ਼ ਦਬੀ ਨਹੀਂ ਹੈਗੀ। ਤੁਹਾਡੇ ਪਿੰਡ ਦੇ 2 ਨੌਜਵਾਨ ਅਰੈਸਟ ਹੋ ਗਏ ਨੇ। ਪਿੰਡ ਦੇ ਨੌਜਵਾਨ ਹੁਣ ਫੇਰ ਜਾ ਰਹੇ ਨੇ ਜਾਂ ਇੱਥੇ ਬੈਠ ਗਏ ਨੇ ਵਾਪਸ? ਸਾਡੇ ਪਿੰਡ ਦੇ 2 ਨੌਜਵਾਨ ਹੈ, ਇੱਕ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੈ, ਇੱਕ ਜ਼ਿਮੀਂਦਾਰ ਮਤਲਬ ਜੱਟ ਸਿੱਖ ਨਾਲ ਸੰਬੰਧਿਤ ਹੈ। ਇਹ ਤਕਰੀਬਨ ਸਭ ਇਹਨਾਂ ਦੀ ਬੈਕਗਰਾਉਂਡ ਦੋਨੋਂ ਲੜਕਿਆਂ ਦੀ ਬੱਚਿਆਂ ਦੀ ਠੀਕ ਹੈ, ਸਭ ਠੀਕ ਠਾਕ ਹੈ, ਓਕੇ। ਕੋਈ ਪਿੰਡ ਦੇ ਵਿੱਚ ਚੰਗਾ ਇਹਨਾਂ ਦਾ ਕਾਰੋਬਾਰ ਹੈ, ਵਧੀਆ ਕੰਮ ਕਰਦੇ ਆ, ਲੇਕਿਨ ਮੱਧਮ ਵਰਗੀ ਪਰਿਵਾਰ ਨਾਲ ਸੰਬੰਧਿਤ ਹੈ ਇਹ ਲੋਕ, ਠੀਕ ਹੈ ਜੀ। ਬਾਕੀ ਹੋਰ ਕਿਸੇ ਤਰਫ 'ਤੇ ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ ਇਸ ਚੀਜ਼ ਵਾਸਤੇ ਵੀ ਸਾਡੇ ਅਸੀਂ ਗੱਲ ਕਰ ਰਹੇ ਹਾਂ ਕਿ ਇਹਦਾ ਨੌਜਵਾਨਾਂ 'ਤੇ ਕੋਈ ਅਸਰ ਤਾਂ ਨਹੀਂ ਪਿਆ, ਕੋਈ ਬੁਰਾ ਪ੍ਰਭਾਵ? ਨੌਜਵਾਨ ਇਹ ਕਹਿੰਦੇ ਹੁਣ ਅਸੀਂ ਨਹੀਂ ਜਾਣਾ, ਉੱਥੇ ਗ੍ਰਿਫਤਾਰੀਆਂ ਹੋ ਰਹੀਆਂ ਨੇ, ਕੀ ਕਿੱਦਾਂ ਦਾ ਮਾਹੌਲ ਹੈ ਪਿੰਡ? ਇਹੋ ਜਿਹਾ ਕੋਈ ਨਹੀਂ ਪਿੰਡ ਦੇ ਪ੍ਰਭਾਵ ਪਿਆ। ਲੋਕ ਜਿਹੜੇ ਉੱਥੇ ਸਾਡੇ ਬੈਠੇ ਆ, ਸਾਡੇ 10 ਜਾਂ 12 ਦੇ ਕਰੀਬ ਉੱਥੇ ਬੜੇ ਸਾਡੇ ਟਰਾਲੀਆਂ ਖੜੀਆਂ, 2 ਗਈਆਂ ਵੀ ਉੱਥੇ, ਪਾਣੀ ਦਾ ਟੈਂਕਰ ਉੱਥੇ ਖੜਾ ਸਾਡਾ। ਤਾਂ ਉਸ ਤੋਂ ਬਾਅਦ ਅਸੀਂ ਹਫ਼ਤੇ ਤੋਂ 7 ਕੁ ਦਿਨ ਤੋਂ ਬਾਅਦ ਅਸੀਂ ਬੰਦੇ ਚੇਂਜ ਕਰ ਦਿੰਦੇ ਹਾਂ, 5 ਬੰਦੇ ਆ ਜਾਂਦੇ, 5 ਚਲੇ ਜਾਂਦੇ ਆ। ਲੋਕਾਂ ਨੂੰ ਜ਼ਿਆਦਾ ਉਤਸ਼ਾਹ ਜਾਗਿਆ ਇਸ ਚੀਜ਼ ਵਾਸਤੇ ਵੀ ਅਸੀਂ ਵੱਧ ਤੋਂ ਵੱਧ ਜਾਈਏ, ਠੀਕ ਹੈ ਜੀ। ਬਾਕੀ ਕੋਈ ਇਹੀ ਜੀ ਮਤਲਬ ਇਹਦਾ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਜੀ। ਉੱਥੇ ਬੱਚੇ ਸਾਡੇ ਕੈਦ ਹੋ ਗਏ ਆ ਜਾਂ ਅਰੈਸਟ ਕਰੇ ਵੇ ਆ, ਕੁਛ ਵੀ ਕਰੇ ਵੇ, ਇਹੋ ਜਿਹਾ ਕੋਈ ਮਤਲਬ ਨਹੀਂ ਅਸਰ ਹੋਇਆ ਇਸ ਚੀਜ਼ ਦਾ, ਸਗੋਂ ਲੋਕ ਜ਼ਿਆਦਾ ਜਾਗੇ ਇਸ ਚੀਜ਼ ਵਾਸਤੇ। ਜੀ, ਮਾਤਾ ਜੀ ਨਾਲ ਨੇ, ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ। ਮਾਤਾ ਜੀ, ਬੇਟਾ ਅਰੈਸਟ ਹੋ ਗਿਆ ਹੈਗਾ ਉੱਥੇ, ਕਿੰਨਾ ਕੁ ਦਿਲ ਨੂੰ ਦੁੱਖ ਲੱਗਦਾ ਆ ਕਿ ਉੱਥੇ ਜਿਹੜਾ ਆ ਵੀ ਸਾਡੇ ਬੱਚੇ ਆਪਣੇ ਬੱਚੇ ਨੇ ਸਾਰੇ, ਉੱਥੇ ਕਿਸਾਨ ਹਮਾਇਤ 'ਚ ਜਾ ਰਹੇ ਨੇ, ਤੁਹਾਡਾ ਬੇਟਾ ਉੱਥੇ ਅਰੈਸਟ ਹੋ ਜਾਂਦਾ ਹੈ, ਕਿੱਦਾਂ ਲੱਗਦਾ ਹੈ ਵੀ ਇੱਕ ਪੁਲਿਸ ਪ੍ਰਸ਼ਾਸਨ ਵੱਲੋਂ ਕਿਹੋ ਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ? ਕੀ ਕਰਾਂ ਮੈਂ, ਕਿਆ ਦੱਸਾਂ ਤੁਹਾਨੂੰ, ਕੋਈ ਸਮਝ ਨਹੀਂ ਲੱਗਦੀ। ਮਾਤਾ ਜੀ ਜਿਹੜੇ ਨੇ, ਕਿਉਂਕਿ ਮਾਵਾਂ ਦਾ ਜਿਹੜਾ ਦਿਲ ਹੁੰਦਾ ਆ ਉਹ ਕੋਈ ਨਹੀਂ ਸਮਝ ਸਕਦਾ, ਕਿਉਂਕਿ ਜਦੋਂ ਬੱਚਾ ਇੱਕ ਉਹਨਾਂ ਦਾ ਬੇਟਾ ਆ ਔਰ ਉਹਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਆ, ਹਾਲੇ ਤੱਕ ਇਹ ਨਹੀਂ ਪਤਾ ਹੈਗਾ ਕਿ ਕਿਸ ਕਾਨੂੰਨ ਦੇ ਤਹਿਤ ਕਿਸ ਤਰੀਕੇ ਨਾਲ ਕਿਹੜੀਆਂ ਧਾਰਾਵਾਂ, ਇਹਨਾਂ ਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈਗੀ, ਨਾ ਹੀ ਬੇਟੇ ਦੇ ਨਾਲ ਕੋਈ ਰਾਬਤਾ ਕਾਇਮ ਹੋ ਸਕਿਆ ਹੈ। ਮਾਤਾ ਦਾ ਜਿਹੜਾ ਦਿਲ ਹੈ, ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਉਹ ਕੋਈ ਵੀ ਗੱਲ ਕਰਨ ਨੂੰ ਅਜੇ ਤਿਆਰ ਨਹੀਂ, ਉਹ ਗੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਦੋਂ ਤੱਕ ਜਿਹੜਾ ਉਹਨਾਂ ਦਾ ਬੱਚਾ ਹੈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਉਂਦੀ ਹੈਗੀ, ਉਦੋਂ ਤੱਕ ਉਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਮੈਂ ਕੋਈ ਗੱਲ ਕਰ ਨਹੀਂ ਸਕਦੀ। ਇਹ ਹਾਲਾਤ ਨੇ, ਅਸੀਂ ਇਹ ਤਸਵੀਰਾਂ ਉਹਨਾਂ ਦੇ ਘਰ ਤੋਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਬੱਚਿਆਂ ਨੂੰ ਪਕੜਿਆ ਜਾਂਦਾ ਆ, ਤੇ ਘਰ ਦੇ ਵਿੱਚ ਮਾਵਾਂ ਦੇ, ਮਾਂ ਪਿਓ ਦੇ, ਜਾਂ ਅਸੀਂ ਕਹਿ ਲਈਏ ਜਿਹੜੇ ਰਿਸ਼ਤੇਦਾਰ ਨੇ, ਉਹ ਕਿਸ ਤਰੀਕੇ ਦੇ ਨਾਲ ਬੈਠੇ ਨੇ। ਪਰੰਤੂ ਹੌਸਲੇ ਦੀ ਜੇ ਗੱਲ ਕਰਦੇ ਹਾਂ, ਪਿੰਡ ਵਾਸੀਆਂ ਦੇ ਹੌਸਲੇ ਦੀ ਗੱਲ ਕਰਦੇ ਹਾਂ, ਪਿੰਡ ਵਾਸੀਆਂ ਦਾ ਹੌਸਲਾ ਅਜੇ ਵੀ ਬੁਲੰਦ ਹੈ। ਉਹ 8 ਜਾਂ 10 ਨੌਜਵਾਨ ਜਾਂ ਬਜ਼ੁਰਗ ਜਿਹੜੇ ਜਾਂਦੇ ਨੇ, ਉੱਥੋਂ ਕੁਝ ਆ ਜਾਂਦੇ ਨੇ ਵਾਪਸ, ਇਸੇ ਹੀ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਲੜੀ ਬੱਧੀ ਹੋਈ ਹੈ ਉਹ ਜਾਣ ਆਉਣ ਦੀ ਜਾਰੀ ਹੈ। ਹਾਲਾਂਕਿ ਪਿੰਡ ਦੇ ਵਿੱਚ 2 ਗ੍ਰਿਫਤਾਰੀਆਂ ਹੋ ਗਈਆਂ ਨੇ। ਗ੍ਰਿਫਤਾਰੀਆਂ ਤੋਂ ਬਾਅਦ ਵੀ ਜਿਹੜਾ ਪਿੰਡ ਆ ਉਸੇ ਹੀ ਪ੍ਰਕਾਰ
ਪਰਿਵਾਰ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ ਤੇ ਉਸੇ ਹੀ ਪ੍ਰਕਾਰ ਉੱਥੇ ਜਾ ਕੇ ਧਰਨੇ ਦੇ ਉੱਪਰ ਬੈਠਦੇ ਨੇ ਤੇ ਸਰਕਾਰ ਤੋਂ ਉਹੀ ਮੰਗ ਕਰਦੇ ਨੇ ਕਿ ਕਾਨੂੰਨ ਰੱਦ ਕੀਤੇ ਜਾਣ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਅਲਜਿੰਦਰ ਦੇ ਨਾਲ ਪਰਵਿੰਦਰ ਕੌਰ।